कोरोना वायरस ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਨਿੱਜੀ ਹਸਪਤਾਲਾਂ ਵੱਲੋਂ ਲੁੱਟ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ 50,000 ਰੁਪਇਆ ਇੱਕ ਦਿਨ ਤੱਕਨ ਦੇ ਪੈਸੇ ਦੇਣੇ ਪੈ ਰਹੇ ਨੇ। ਕਈ ਜਗ੍ਹਾ ਤੇ 40,000 50,000 ਪਰ ਮਰੀਜ਼ ਕੀ ਕਰੇ, ਬਿਮਾਰੀ ਹੀ ਐਸੀ ਹੈ ਉਹਨੂੰ ਪੈਸੇ ਦੇਣੇ ਪੈ ਰਹੇ ਨੇ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਇੱਕ ਨਵੇਕਲਾ ਪ੍ਰयास ਕੀਤਾ ਗਿਆ ਹੈ ਜਿੱਥੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਚੱਲ ਰਹੇ ਹਸਪਤਾਲ ਵਿੱਚ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ, ਜਿਹਦੇ ਵਿੱਚੋਂ ਅੱਧੇ ਪੈਸੇ ਉਹਨਾਂ ਵੱਲੋਂ ਦਿੱਤੇ ਜਾਣਗੇ। ਅਤੇ ਅਸੀਂ ਉਸ ਹਸਪੀਟਲ ਦੇ ਵਿੱਚ ਹਾਂ ਜਿੱਥੇ ਕਿ ਇਸ ਹਸਪਤਾਲ ਵੱਲੋਂ ਪਹਿਲਾਂ ਵੀ ਕਈ ਮਰੀਜ਼ ਠੀਕ ਕੀਤੇ ਜਾ ਚੁੱਕੇ ਨੇ, ਕਿਉਂਕਿ ਹਜੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਆਏ ਸੀ ਉਹਨਾਂ ਦਾ ਇਲਾਜ ਮੁਫਤ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਹੁਣ ਇੱਕ ਨਵੇਕਲੀ ਪਹਿਲ ਜਿਹੜੀ ਹੈ ਕੀਤੀ ਗਈ ਹੈ ਤੇ ਕੋਵਿਡ-19 ਹਸਪੀਟਲ ਜਿਹੜਾ ਹੈ ਇਹਨੂੰ ਬਣਾਇਆ ਗਿਆ ਹੈ। ਔਰ ਸੰਸਥਾ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਐਸੀ ਪਹਿਲ ਕਦਮੀ ਕੀਤੀ ਹੈ ਜਿਹਦੇ ਵਿੱਚ ਲੋਕਾਂ ਨੂੰ ਲੁੱਟ ਖਸੁੱਟ ਤੋਂ ਬਚਾਇਆ ਜਾ ਸਕੇ। ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ, ਡਾਕਟਰ AP ਸਿੰਘ ਜੀ। ਡਾਕਟਰ ਸਾਹਿਬ, ਕੀ ਪ੍ਰयास ਹੈ ਜੀ ਜਿਹੜਾ ਤੁਸੀਂ ਉਪਰਾਲਾ ਸ਼ੁਰੂ ਕੀਤਾ ਹੈ ਤੇ ਇਹਦੇ ਨਾਲ ਕੀ ਫਾਇਦਾ ਮਿਲੂਗਾ ਔਰ ਜਿਹੜੀ ਲੁੱਟ ਖਸੁੱਟ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਡੇ ਪ੍ਰੈਜ਼ੀਡੈਂਟ SGPC ਦੇ ਪ੍ਰੈਜ਼ੀਡੈਂਟ ਵੱਲੋਂ ਇਹ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵਿੱਚ ਜਦੋਂ ਦੀਆਂ ਨੈਸ਼ਨਲ ਨਿਊਜ਼ ਚੱਲ ਰਹੀਆਂ ਨੇ ਕਿ ਕੋਵਿਡ ਦੇ ਪੇਸ਼ੈਂਟ ਦੇ ਲਗਭਗ ਇੱਕ ਦਿਨ ਦਾ 50,000, ਕਈ ਹਸਪੀਟਲ ਦੇ ਵਿੱਚ 80,000 ਰੁਪਏ ਇੱਕ ਦਿਨ ਦੀ ਕਾਸਟ ਲਈ ਜਾ ਰਹੀ ਹੈ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਵੱਲੋਂ ਇਹ ਆਇਆ ਕਿ ਕੁਝ ਕਾਸਟ ਨੂੰ ਕਰਟੇਲ ਕੀਤਾ ਜਾਵੇ ਕਿ ਕੁਝ ਕਾਸਟ ਅਸੀਂ ਬੀਅਰ ਕਰੀਏ ਤੇ ਕੁਝ ਕਾਸਟ ਪੇਸ਼ੈਂਟ ਬੀਅਰ ਕਰੇ। ਅਗਰ ਜੇ ਅਸੀਂ ਇਹਨੂੰ ਲੈ ਕੇ ਚੱਲੀਏ ਕਿ 10 ਪੇਸ਼ੈਂਟ ਦੀ ਐਵਰੇਜ ਕਾਸਟ ਲੈ ਕੇ ਚੱਲੀਏ ਤੇ 1:1 ਸਟਾਫ ਦੀ ਰਿਕੁਆਇਰਮੈਂਟ ਹੈ ਜੇ ਪੇਸ਼ੈਂਟ ਵੈਂਟੀਲੇਟਰ ਤੇ ਹੈ, ਤੇ 2:1 ਦੀ ਰਿਕੁਆਇਰਮੈਂਟ ਹੈਗੀ ਹੈ 2 ਪੇਸ਼ੈਂਟ ਪਿੱਛੇ ਇੱਕ ਸਟਾਫ ਨਰਸ ਜੇ ਪੇਸ਼ੈਂਟ ਸਿੰਪਟੋਮੈਟਿਕ ਹੈ ਤੇ ਐਡਮਿਟਡ ਹੈ। ਹਰ ਪੇਸ਼ੈਂਟ, ਹਰ ਸਟਾਫ ਨਰਸ, ਹਰ ਡਾਕਟਰ ਜਿਹੜਾ ਵੀ ਉੱਪਰ ਕੋਵਿਡ ਵਾਰਡ 'ਚ ਹੋਏਗਾ PPE ਕਿੱਟ ਦੇ ਨਾਲ ਹੋਏਗਾ। ਆਲਮੋਸਟ 10 ਪੇਸ਼ੈਂਟ ਦੇ ਲੈ ਕੇ ਚੱਲੀਏ ਤੇ 64 ਦੀਆਂ PPE ਕਿੱਟ ਯੂਜ਼ ਹੁੰਦੀਆਂ, ਜਿਹਦੇ ਵਿੱਚੋਂ ਸਟਾਫ ਨਰਸ, ਵਾਰਡ ਹੈਲਪਰ ਜਿਹੜੇ ਉੱਥੇ ਫੂਡ ਪ੍ਰੋਵਾਈਡ ਕਰਨਗੇ, ਜਿਹੜੇ ਉਹਨਾਂ ਦੇ ਯੂਟੈਂਸਿਲਸ ਨੂੰ ਧੋਣਗੇ, ਉਹਨਾਂ ਨੂੰ ਡਿਸਇਨਫੈਕਟ ਕਰਨਗੇ, ਜਿਹੜੇ ਉਹਨਾਂ ਦੇ ਕੱਪੜਿਆਂ ਨੂੰ ਡਿਸਇਨਫੈਕਟ ਕਰਨਗੇ। ਆਲਮੋਸਟ 64 ਦੇ ਕਰੀਬ 64 ਦੇ ਕਰੀਬ ਸਾਡੀਆਂ PPE ਕਿੱਟ ਯੂਜ਼ ਹੋਣੀਆਂ। ਇਹ PPE ਕਿੱਟ ਆਲਮੋਸਟ 64,000 ਦਾ ਖਰਚਾ ਤੇ ਸਿਰਫ ਇਸੇ ਚੀਜ਼ ਦਾ। 1 ਲੱਖ ਦੇ ਕਰੀਬ ਖਰਚਾ ਇਹ ਇੱਕ ਹਫ਼ਤੇ ਦਾ ਪਰ ਪੇਸ਼ੈਂਟ ਜਿਹੜਾ ਕਿ ਆਉਣਾ ਹੈ, ਜਿਹਦੇ ਵਿੱਚੋਂ ਅਸੀਂ 50,000 ਦਾ ਖਰਚਾ ਜਿਹੜਾ ਹਸਪੀਟਲ ਬੀਅਰ ਕਰੇਗਾ। ਲਗਭਗ 50,000 ਦੇ ਕਰੀਬ ਪੇਸ਼ੈਂਟ ਨੂੰ ਬੀਅਰ ਕਰਨਾ ਪਏਗਾ ਸਿਰਫ ਇੱਕ ਹਫ਼ਤੇ ਦਾ। ਹਫ਼ਤੇ ਦਾ ਖਰਚੇ ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਇਹ 50,000 ਦਾ ਖਰਚਾ ਇੱਕ ਦਿਨ ਦਾ ਲਿਆ ਜਾ ਰਿਹਾ ਹੈ, ਉਹ ਅਸੀਂ ਇਹਨੂੰ 50,000 ਦੇ ਨੂੰ ਇੱਕ ਹਫ਼ਤੇ ਦੇ ਵਿੱਚ ਕਨਵਰਟ ਕੀਤਾ ਹੈ ਤੇ ਉਹਦੇ ਵਿੱਚੋਂ ਬਾਕੀ ਖਰਚਾ ਜਿਹੜਾ ਉਹ ਹਸਪੀਟਲ ਬੀਅਰ ਕਰੇਗਾ। ਕਾਰਨ ਕੀ, ਲੋੜ ਕੀ ਪਈ ਹੈ? ਲੋੜ ਇਹ ਪਈ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਤੁਹਾਨੂੰ ਵੀ ਹੈ ਕਿ ਰੋਜ਼ ਦੇ ਰੋਜ਼ ਪੇਸ਼ੈਂਟ ਜਿਹੜਾ ਕਮਿਊਨਿਟੀ ਸਪਰੈਡ ਨਾਲ ਪੇਸ਼ੈਂਟ ਵੱਧ ਰਿਹਾ। ਵਰਟੀਕਲ ਸਪਰੈਡ ਦਾ ਤੇ ਆਲਮੋਸਟ ਹੁਣ ਬੰਦ ਹੈ, ਹੁਣ ਹੌਰੀਜ਼ੌਂਟਲ ਸਪਰੈਡ ਜਿਹੜਾ ਉਹ ਜ਼ਿਆਦਾ ਹੈ। ਸੋ ਇਸ ਕਰਕੇ ਪੇਸ਼ੈਂਟ ਦੀ ਕਾਸਟ ਡੇ ਬਾਏ ਡੇ ਵੱਧ ਰਹੀ ਹੈ ਤੇ ਉਹ ਪ੍ਰਾਈਵੇਟਾਈਜੇਸ਼ਨ ਕਰਕੇ ਥੋੜ੍ਹਾ ਜਿਹਾ ਕਾਸਟ ਵੀ ਵੱਧ ਪੈ ਰਹੀ ਹੈ। ਤੇ ਇਸ ਕਰਕੇ ਇਸ ਕਾਸਟ ਨੂੰ ਘਟਾਉਣ ਵਾਸਤੇ ਇਹ ਪਹਿਲਾ ਉਪਰਾਲਾ ਅਸੀਂ ਹੁਣ ਕੀਤਾ ਕਿ ਕੁਝ ਕਾਸਟ ਅਸੀਂ ਬੀਅਰ ਕਰੀਏ ਤੇ ਕੁਝ ਕਾਸਟ ਪੇਸ਼ੈਂਟ ਬੀਅਰ ਕਰੇ, ਤਾਂ ਕਿ ਦੋਵੇਂ ਪਾਸੇ ਨੋ ਡਾਊਟ ਕਿ ਇਹ ਨਹੀਂ ਹੈ ਕਿ ਅਸੀਂ ਲਾਸ 'ਚ ਨਹੀਂ ਜਾਵਾਂਗੇ, ਲਾਸ 'ਚ ਜਾਵਾਂਗੇ, ਬਟ ਪੇਸ਼ੈਂਟ ਦੀ ਸੁਵਿਧਾ ਜਿਹੜੀ ਹੈ ਉਹ ਬਣੀ ਰਹੇਗੀ। ਸਰ, ਪਰ ਗੱਲ ਕਰੀਏ ਤਾਂ ਮੇਨ ਜਿਹੜੀ ਸੁਵਿਧਾਵਾਂ ਦੀ ਹੈ, ਸੁਵਿਧਾਵਾਂ ਦੇ ਉੱਤੇ ਮੈਡੀਕਲ ਹਸਪੀਟਲ ਜਿਹੜੇ ਨੇ, ਸਰਕਾਰੀ ਮੈਡੀਕਲ ਹਸਪੀਟਲ ਕਿਤੇ ਨਾ ਕਿਤੇ ਥੋੜ੍ਹਾ ਬੈਕਫੁੱਟ 'ਤੇ ਜਾਂਦੇ ਨੇ ਤੇ ਪ੍ਰਾਈਵੇਟ ਇੱਕੋ ਹੀ ਅੱਜ ਲੈਂਦਾ ਕਿ ਸਾਡੀ ਸੁਵਿਧਾ ਕੋਈ ਨਹੀਂ ਦੇ ਸਕਦਾ ਜੀ। ਉਹਦੇ ਵਿੱਚ ਦੇਖੋ ਇਸ ਤਰ੍ਹਾਂ ਨਾ ਇੱਕ ਪ੍ਰੋਬਲਮ ਤੇ ਬੜੀ ਮੇਜਰ ਹੈਗੀ ਹੈ ਕਿ ਜਿਹੜੇ ਪੇਸ਼ੈਂਟ ਸਸਪੈਕਟਡ ਨੇ ਉਹ ਸਾਰੇ ਦੇ ਸਸਪੈਕਟਡ ਇੱਕੋ ਵਾਰਡ 'ਚ ਪਏ ਨੇ। ਉਹਨਾਂ 'ਚੋਂ 5 ਪੋਜ਼ਿਟਿਵ ਆ ਜਾਂਦੇ ਨੇ, ਪਰ ਜਦੋਂ ਤੱਕ ਉਹਨਾਂ ਦਾ ਟੈਸਟ ਦੀ ਰਿਪੋਰਟ ਆਉਂਦੀ ਹੈ ਉਹ ਸਾਰੇ ਇਕੱਠੇ ਹੀ ਹੁੰਦੇ ਨੇ। ਉਸ ਤੋਂ ਬਾਅਦ ਉਹ ਪੇਸ਼ੈਂਟ ਸਸਪੈਕਟਡ ਜਿਹੜੇ ਪੋਜ਼ਿਟਿਵ ਆਉਂਦੇ ਨੇ ਉਹ ਐਡਮਿਟ ਰਹਿੰਦੇ ਨੇ ਤੇ ਬਾਕੀ ਘਰ ਭੇਜ ਦਿੱਤੇ ਜਾਂਦੇ ਨੇ। ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੱਕ ਰਿਪੋਰਟ ਦਾ ਟਾਈਮ ਹੁੰਦਾ ਹੈ, ਰਿਪੋਰਟ ਆਉਣ ਤੋਂ ਲੈ ਕੇ ਤੇ ਉਹਨਾਂ ਦੀ ਐਡਮਿਸ਼ਨ ਡੇਟ ਤੋਂ ਲੈ ਕੇ ਸਸਪੈਕਟਡ ਦੀ, ਉਹ ਸਾਰੇ ਇਕੱਠੇ ਹੀ ਹੁੰਦੇ ਨੇ। ਅਸੀਂ ਇਸ ਚੀਜ਼ ਨੂੰ ਇੱਕ ਐਜ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਸਸਪੈਕਟਡ ਅਲੱਗ ਤੇ ਹਰ ਸਸਪੈਕਟਡ ਆਪਣੇ ਆਪਣੇ ਰੂਮ 'ਚ, ਮਤਲਬ ਸਸਪੈਕਟਡ ਵੀ ਇਕੱਠੇ ਨਹੀਂ ਹੋਣਗੇ, ਉਹ ਸਸਪੈਕਟਡ ਦਾ ਦੂਸਰੇ ਸਸਪੈਕਟਡ ਨਾਲ ਮੇਲ ਨਹੀਂ ਹੋਏਗਾ ਤੇ ਉਹਨਾਂ ਨੂੰ ਜਿਹੜੀ ਸਟਾਫ ਵੀ ਅਟੈਂਡ ਕਰੇਗੀ ਉਹ ਵੀ ਸੇਮ ਨਹੀਂ ਕਰੇਗੀ। ਦੂਸਰਾ ਇੱਕ ਹੋਰ ਸਵਾਲ ਪੈਦਾ ਹੋ ਰਿਹਾ ਕਿ ਖਰਚਾ ਆਖਿਰਕਾਰ ਹੈ ਕੀ ਹੈ? ਇੱਕ ਅਗਰ ਪੇਸ਼ੈਂਟ ਦਾ ਅਗਰ ਤੁਹਾਡੇ ਕੋਲ ਇੱਕ ਗ੍ਰਾਫ ਲੈਣਾ ਚਾਹੀਏ ਤਾਂ ਉਹਦਾ ਇੱਕ ਦਿਨ ਦਾ ਖਰਚਾ ਕੀ ਹੈ? ਦੇਖੋ, ਇੱਕ ਦਿਨ ਦਾ ਖਰਚਾ ਦੇਖੋ, ਹਰ ਟਾਈਮ ਤੇ ਸਟਾਫ ਨਰਸ ਵਿਦ PPE ਕਿੱਟ ਰਹੇਗੀ, ਵਾਰਡ ਹੈਲਪਰ PPE ਕਿੱਟ ਤੇ ਰਹੇਗਾ, ਜਿਹੜੇ ਸਫਾਈ ਕਰਨੀ ਹੈ ਉਹ PPE ਕਿੱਟ 'ਚ ਰਹੇਗਾ। ਤਿੰਨੇ ਟਾਈਮ ਦੀ ਡਿਊਟੀ ਇੱਕ ਬੰਦਾ ਤੇ 24 ਘੰਟੇ ਕਰੇਗਾ ਨਹੀਂ, ਹਰ ਡਿਊਟੀ ਆਵਰਸ ਦੇ ਵਿੱਚ ਉਹਨਾਂ ਨੂੰ ਰਹਿਣਾ ਪਏਗਾ। ਫਿਰ ਉਹਨਾਂ ਨੂੰ ਜਿਹੜਾ ਫੂਡ ਸਪਲਾਈ ਕਰੇਗਾ ਉਹ PPE ਕਿੱਟ ਨਾਲ ਕਰੇਗਾ, ਜਿਹੜਾ ਉਹਨਾਂ ਦੇ ਕੱਪੜੇ ਡਿਸਇਨਫੈਕਟ ਕਰੇਗਾ ਉਹ PPE ਕਿੱਟ ਨਾਲ ਕਰੇਗਾ, ਜਿਹੜਾ ਉਹਨਾਂ ਦੀ ਫਾਰਮੇਸੀ ਵਗੈਰਾ ਉਹਨਾਂ ਦੀ ਸਪਲਾਈ, ਮੈਡੀਸਿਨ ਦੀ ਸਪਲਾਈ ਅੰਦਰ ਜਾਏਗੀ ਉਹ PPE ਕਿੱਟ ਦੇ ਨਾਲ ਜਾਏਗੀ। ਸੋ ਹਰ ਇੱਕ ਜਿਹੜੀਆਂ PPE ਕਿੱਟ ਯੂਜ਼ ਹੋਣੀਆਂ ਨਾ, ਮੇਜਰ ਖਰਚਾ ਤੇ ਉਸ ਚੀਜ਼ ਦਾ।
ਜਿਹੜਾ ਕਿ ਹਸਪੀਟਲ ਨੇ ਕਿ ਪੀਪੀ ਕਿੱਟ ਤੋਂ ਬਗੈਰ ਤੇ ਪੇਸ਼ੈਂਟ ਦੇ ਐਕਸਪੋਜ਼ ਚ ਆਉਣ ਨਹੀਂ ਦੇਣਾ ਕਿਸੇ ਵੀ ਆਪਣੇ ਸਟਾਫ ਨੂੰ। ਸੋ ਪਲੱਸ ਜਿਹੜੇ ਪੇਸ਼ੈਂਟ ਦੂਸਰੇ ਕੋਮੋਰਬਿਡਿਟੀਜ਼ ਨੇ ਉਹਨਾਂ ਦੀ ਮੈਡੀਕੇਸ਼ਨ ਹੈ, ਉਹਨਾਂ ਦੀ ਫੂਡ ਹੈ, ਉਹਨਾਂ ਦੀਆਂ ਸੈਕੰਡ ਉਹਨਾਂ ਦੀ ਡਿਪੈਂਡਿੰਗ ਅਪਨ देयर ਡਿਜ਼ੀਜ਼, ਉਹਨਾਂ ਦੀ ਡਾਈਟ ਕੰਟਰੋਲ ਡਾਈਟ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹ ਚੱਲੇਗੀ। ਬੇਸਿਕ ਜਿਹੜੀਆਂ ਇੱਕ ਤੇ ਉਹਨਾਂ ਦੀਆਂ ਜੋ ਆਪਣੀਆਂ ਜਿਹੜੇ ਸਿੰਪਟੋਮੈਟਿਕ ਨੇ ਉਹਨਾਂ ਦੀ ਟ੍ਰੀਟਮੈਂਟ ਸਾਰੀ ਦੀ ਸਾਰੀ ਆਈਸੀਯੂ ਲੈਵਲ ਦੀ ਹੀ ਟ੍ਰੀਟਮੈਂਟ ਹੋਣੀ ਹੈ, ਆਈਸੀਯੂ ਲੈਵਲ ਤੋਂ ਘੱਟ ਉਹਨਾਂ ਦੀ ਟ੍ਰੀਟਮੈਂਟ ਨਹੀਂ ਹੋਣੀ। ਤੁਸੀਂ ਇਸ ਤਰ੍ਹਾਂ ਆਖ ਰਹੇ ਹੋ ਕਿ ਫੂਡ ਵਿੱਚ ਦਿੱਤਾ ਜਾਏਗਾ, ਕੀ ਦਿੱਤਾ ਜਾਏਗਾ? ਖਾਣਾ ਅਸੀਂ ਖਾਣਾ, ਮੈਡੀਕੇਸ਼ਨ, ਉਹਨਾਂ ਦੀ ਸਟੇ ਸਾਰਾ ਕੁਝ ਇਨਕਲੂਡ ਕਰਕੇ ਚੱਲ ਰਹੇ ਹਾਂ ਕਿ ਜਿਹੜਾ ਜਿਹਦੇ ਵਿੱਚ ਅਸੀਂ ਇਹ 50,000 ਅਸੀਂ ਬੀਅਰ ਕਰਾਂਗੇ, 50,000 ਪੇਸ਼ੈਂਟ ਬੀਅਰ ਕਰੇਗਾ। ਅਸੀਂ ਸਾਰੀ ਕਾਸਟ ਕੱਢ ਕੇ ਉਸ ਹਿਸਾਬ ਨਾਲ ਚੱਲ ਰਹੇ ਹਾਂ। ਮਤਲਬ 7 ਦਿਨਾਂ ਦੀ ਅਗਰ ਗੱਲ ਕਰੀਏ ਤਾਂ 50,000 ਰੁਪਏ ਦਾ ਖਰਚ ਜਿਹੜਾ ਉਹਨੂੰ ਦੇਣਾ ਪਏਗਾ। ਹਾਂ, 7 ਦਿਨ ਦੀ ਗੱਲ ਕਰੀਏ ਤਾਂ 7 ਦਿਨਾਂ 'ਚ ਪੇਸ਼ੈਂਟ ਨੂੰ 50,000 ਦਾ ਖਰਚ ਦੇਣਾ ਪਏਗਾ। ਕਾਰਨ ਕੀ ਹੈ ਕਿ ਬਿਹਾਰ ਬਹੁਤ ਵੱਡੀ ਲੁੱਟ ਸੁੱਟ ਹੋ ਰਹੀ ਹੈ। ਅੱਜ ਵੀ ਅਸੀਂ ਕਈ ਮਾਮਲੇ ਦੇਖੇ ਹੈ, ਇੱਕ ਦਿਨ ਦਾ 40,000 ਰੁਪਇਆ ਲਿਆ ਜਾ ਰਿਹਾ। ਉਹਨਾਂ ਕੋਲ ਕਿਹੜੀ ਐਸੀ ਦਵਾਈ ਹੈਗੀ ਜਿਹੜੀ ਜਾਂ ਤੁਹਾਡੇ ਕੋਲ ਨਹੀਂ ਹੈਗੀ ਜਾਂ ਸਰਕਾਰੀ ਕੋਲ ਨਹੀਂ ਹੈਗੀ? ਉਹਦੇ ਬਾਰੇ ਅਗਰ ਖੁਲਾਸਾ ਕਰੋ ਕਿ ਸ਼ਾਇਦ ਤੁਹਾਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਨੇ ਜਾਗਰੂਕ ਹੋ ਸਕਣ। ਦੇਖੋ, ਖਰਚਾ ਜੇ ਅਸੀਂ ਇੱਕ ਨੋਮੀਨਲ ਖਰਚਾ ਲਗਾ ਕੇ ਚੱਲੀਏ ਤੇ ਹੀ ਸਿਰਫ ਦਵਾਈ ਦੀ ਗੱਲ ਕਰਾਂਗੇ। ਮੈਂ ਦਵਾਈ ਦੀ ਗੱਲ ਕਰਾਂ ਤੇ ਦਵਾਈ ਦਾ ਕੋਈ ਇਹੋ ਜਿਹੀ ਕਾਸਟ ਨਹੀਂ ਹੈਗੀ ਕਿ ਦਵਾਈ ਇਹਦੀ ਐਂਟੀਵਾਇਰਲ ਕੋਈ ਡਰੱਗ ਜਿਹੜੀ ਪਾਰਟਿਕੂਲਰ ਫॉर ਦਿਸ ਕਰੋਨਾ ਵਾਇਰਸ ਦੇ ਅਗੇਂਸਟ ਕੋਈ ਡਰੱਗ ਜਾਂ ਕੋਈ ਵੈਕਸੀਨੇਸ਼ਨ ਹੈ, ਇਹੋ ਜਿਹਾ ਕੁਝ ਨਹੀਂ ਹੈ। ਮੈਡੀਕੇਸ਼ਨ ਚੱਲਣੀ ਹੈ, ਮੈਡੀਕੇਸ਼ਨ ਕੰਜ਼ਰਵੇਟਿਵ ਮੈਡੀਸਿਨ ਚੱਲਣੀ ਹੈ, ਪਰ ਫਿਰ ਵੀ ਕੁਛ ਨਾ ਕੀਤਾ ਜਾਵੇ ਤਾਂ ਵੀ 2-2.5 3,000 ਰੁਪਈਆ ਮੈਡੀਸਿਨ ਦੀ ਕਾਸਟ ਪਰ ਡੇ ਤੇ ਹੈਗੀ ਹੈ। ਇੱਕ ਮਰੀਜ਼ ਦੀ 2-2.5-3,000 ਤੱਕ ਉਹਨੂੰ ਕਾਸਟ ਕਰੇਗਾ ਹੀ ਕਰੇਗਾ। ਪਲੱਸ ਜਿਹੜੀ ਮੇਜਰ ਕਾਸਟ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਕਿ ਪੀਪੀ ਕਿੱਟ ਜਿਹੜੀਆਂ ਉਹਨੂੰ ਪੇਸ਼ੈਂਟ ਦੇ ਐਕਸਪੋਜ਼ਰ 'ਚ ਜਿੰਨੇ ਵੀ ਆਣਾ ਉਹ ਪੀਪੀ ਕਿੱਟ ਦੀ ਕਾਸਟ ਹੈਗੀ ਹੈ। ਸੋ ਇਸ ਕਰਕੇ ਇੱਕ ਪੇਸ਼ੈਂਟ ਜਿਹੜਾ ਹੈਗਾ ਹਫਤੇ ਦਾ ਸਟੇ ਜਿਹੜਾ ਇੱਕ ਪੇਸ਼ੈਂਟ ਦਾ ਉਹ 1 ਲੱਖ ਰੁਪਏ ਦੇ ਕਰੀਬ ਹੀ ਪੈਣਾ ਹੈ, ਇਸ ਤੋਂ ਘੱਟ ਨਹੀਂ ਪੈਣਾ। ਕਿੰਨੇ ਹਸਪਤਾਲ ਦੇ ਵਿੱਚ ਤੁਸੀਂ ਜਿਹੜੇ ਕਮਰੇ ਨੇ ਜਿਹੜੇ ਆਪਣੇ ਡੈਡੀਕੇਟ ਕੀਤੇ ਆ ਪੂਰੇ ਆਪਣਾ ਕੋਵਿਡ ਪੇਸ਼ੈਂਟ ਨੂੰ? ਅਸੀਂ ਇਹਨੂੰ 2 ਸਟੈਪ 'ਚ ਲੈ ਕੇ ਚੱਲ ਰਹੇ ਹਾਂ। ਪਹਿਲੇ ਸਟੈਪ ਦੇ ਵਿੱਚ ਅਸੀਂ ਇੱਕ 8 ਬੈੱਡ ਦਾ ਆਈਸੀਯੂ ਤੇ 40 ਟੋਟਲ ਬੈੱਡ 48 ਟੋਟਲ ਬੈੱਡ ਅਸੀਂ ਲੈ ਕੇ ਚੱਲ ਰਹੇ ਹਾਂ ਪਹਿਲੇ ਸਟੈਪ ਤੇ। ਦੂਸਰੇ ਸਟੈਪ ਦੇ ਉੱਤੇ ਅਸੀਂ 120 ਬੈੱਡ ਰੱਖੇ ਨੇ ਕਿ ਟੋਟਲ ਅਸੀਂ 120 ਬੈੱਡ ਕਰ ਦਿਆਂਗੇ। ਜਿਹੜੇ ਦੂਸਰੇ ਸਟੈਪ ਤੇ ਬਾਕੀ ਬੈੱਡ ਅਸੀਂ ਡਿਪੈਂਡਿੰਗ ਅਪਨ ਦਾ ਨੰਬਰ ਆਫ ਪੇਸ਼ੈਂਟ ਅਸੀਂ ਉਹਨੂੰ ਲੈ ਕੇ ਚੱਲਾਂਗੇ। ਇਸ ਵੇਲੇ ਅਸੀਂ ਸਿਰਫ 48 ਬੈੱਡ ਜਿਹੜੇ ਕੋਵਿਡ ਪੇਸ਼ੈਂਟ ਨੂੰ ਲਈ ਸੈਪਰੇਟ ਕੀਤੇ ਨੇ। ਤੇ ਸਰ ਕੀ ਸਮਝਦੇ ਹੋ ਆਉਣ ਵਾਲੇ ਸਮੇਂ 'ਚ ਪੀਕ ਕਦੀ ਜਾਏਗੀ? ਕਿਉਂਕਿ ਜਿਸ ਤਰ੍ਹਾਂ ਸੀਐਮ ਸਾਹਿਬ ਵੱਲੋਂ ਵੀ ਕਿਹਾ ਗਿਆ ਜਾਂ ਹੋਰ ਵੀ ਜਿਹੜੇ ਆਰਗੇਨਾਈਜੇਸ਼ਨ ਨੇ ਉਹ ਗੱਲ ਕਹਿ ਰਹੇ ਨੇ। ਦੇਖੋ, ਪੀਕ ਜਾਏਗੀ ਕਿਉਂਕਿ ਜਿਨ੍ਹਾਂ ਕੰਟਰੀਜ਼ ਦੇ ਵਿੱਚ ਲੋਕਡਾਊਨ ਨਹੀਂ ਸੀ ਉਹਨਾਂ ਕੰਟਰੀਜ਼ ਦੇ ਵਿੱਚ ਸ਼ੁਰੂ ਤੋਂ ਹੀ ਪੀਕ ਤੇ ਸਨ। ਉਹ ਹੁਣ ਉਹਨਾਂ ਕੰਟਰੀਜ਼ ਦੇ ਵਿੱਚ ਡੇ ਬਾਏ ਡੇ ਜੋ ਹਰਡ ਇਮਿਊਨਿਟੀ ਵਾਲਾ ਸਿਸਟਮ ਉਹਨਾਂ ਦਾ ਸ਼ੁਰੂ ਹੋ ਰਿਹਾ ਤੇ ਉਹਨਾਂ ਦੀ ਨੰਬਰ ਆਫ ਡੈਥ ਘਟ ਰਹੀਆਂ। ਸਾਡੇ ਕੰਟਰੀ 'ਚ ਪਹਿਲੇ ਲੋਕਡਾਊਨ ਸੀਗਾ, ਲੋਕਡਾਊਨ ਨਾਲ ਇਹ ਟਾਈਮ ਵੱਧ ਗਿਆ, ਪਰ ਪੀਕ ਤੇ ਆਣੀ ਹੈ। ਕੋਈ ਇਹੋ ਜਿਹਾ ਅਰੇਂਜਮੈਂਟ ਵੀ ਅਸੀਂ ਲੋਕਡਾਊਨ ਦੇ ਟਾਈਮ ਤੇ ਨਹੀਂ ਕੀਤਾ ਹੋ ਸਕਿਆ ਕੁਝ ਥਾਵਾਂ ਤੇ ਕਿ ਜਿਹੜਾ ਇੰਨਾ ਟਾਈਮ ਜਿਹੜਾ ਮਿਲਿਆ ਸੀਗਾ ਗਵਰਨਮੈਂਟ ਨੂੰ ਕਿ ਉਹ ਸਾਰੀਆਂ ਫੈਸਿਲਿਟੀਜ਼ ਅਰੇਂਜਮੈਂਟ ਦਾ ਉਹ ਵੀ ਕੋਈ ਐਡਾ ਖਾਸ ਅਰੇਂਜਮੈਂਟ ਨਹੀਂ ਹੋਇਆ। ਇਸ ਕਰਕੇ ਸਾਡੇ ਇੱਥੇ ਪੀਕ ਐਂਡ ਨੰਬਰ ਆਫ ਡੈਥਸ ਵਧਣ ਦੇ ਚਾਂਸਸ ਹੈਗੇ ਨੇ। ਤੇ ਡਾਕਟਰ ਸਾਹਿਬ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਇਹ ਲੁੱਟ ਖਸੁੱਟ, ਕਿਉਂਕਿ ਲੋਕ ਬਹੁਤ ਸਾਰੇ ਪਰੇਸ਼ਾਨ ਨੇ। ਇੱਕ ਤਾਂ ਟੈਸਟ ਦੀ ਬੜੀ ਵੱਡੀ ਸਮੱਸਿਆ ਆ ਰਹੀ ਹੈ ਕਿ ਟੈਸਟ ਕਈਆਂ ਦੇ ਪੋਜ਼ਿਟਿਵ ਹੋ ਰਹੇ ਨੇ, ਕਈਆਂ ਦੇ ਨੈਗੇਟਿਵ ਹੋ ਰਹੇ ਨੇ, ਲੈਬ ਤੋਂ ਕਰਾਉਂਦੇ ਪੋਜ਼ਿਟਿਵ ਨੇ, ਸਰਕਾਰੀ ਤੋਂ ਕਰਾਉਂਦੇ ਨੈਗੇਟਿਵ ਨੇ। ਇਹ ਚੱਕਰ ਕੀ ਹੈ? ਦੇਖੋ, ਟੈਸਟ ਪੋਜ਼ਿਟਿਵ ਨੈਗੇਟਿਵ ਦਾ ਇਹ ਹੈ ਕਿ ਕਿਸੇ ਦਾ ਵੀ ਟੈਸਟ ਫਾਲਸ ਨੈਗੇਟਿਵ ਤੇ ਫਾਲਸ ਪੋਜ਼ਿਟਿਵ ਦੇ ਚਾਂਸਸ ਹੈ ਹੀ ਨੇ। RT-PCR ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਚੱਲ ਲਈਏ, ਅਸੀਂ ਕੋਈ ਵੀ ਲੈਵਲ ਦਾ ਟੈਕਨੀਸ਼ੀਅਨ ਹੋਵੇ, RT-PCR ਦੇ ਉੱਤੇ ਫਾਲਸ ਪੋਜ਼ਿਟਿਵ ਫਾਲਸ ਨੈਗੇਟਿਵ ਦੇ ਚਾਂਸਸ ਕੁਝ ਪਰਸੈਂਟੇਜ ਦੇ ਰਹਿਣਗੇ। ਪਰ ਫਿਰ ਵੀ ਅਸੀਂ ਮਤਲਬ ਇਹ ਕੋਸ਼ਿਸ਼ 'ਚ ਹੈਗੇ ਹਾਂ ਕਿ ਜਿਹੜੇ ਪੇਸ਼ੈਂਟ ਸਾਡੇ ਕੋਲੋਂ ਗਵਰਨਮੈਂਟ ਤੋਂ ਪੋਜ਼ਿਟਿਵ ਟੈਸਟਡ ਆ ਰਹੇ ਨੇ ਜਾਂ ਜਿਹੜੇ ਵੀ ਆਉਣਗੇ, ਅਸੀਂ ਉਹਨਾਂ ਦੇ ਰੀਟੈਸਟਿੰਗ ਲਈ ਆਪਣੇ ਵੱਲੋਂ ਜਿਹੜਾ ਅਸੀਂ ਲੈਬ ਸਾਡੀ 1-2 ਦਿਨ ਤੇ ਸ਼ੁਰੂ ਹੋ ਜਾਣੀ ਹੈ, ਅਸੀਂ ਉਹਨਾਂ ਦੀ ਰੀਟੈਸਟਿੰਗ ਦਾ ਅਰੇਂਜਮੈਂਟ ਅਸੀਂ ਖੁਦ ਕਰਕੇ ਚੱਲਾਂਗੇ। ਡਾਕਟਰ ਸਾਹਿਬ ਇੱਕ ਲਾਸਟ ਕੁਐਸਚਨ ਲੈਣਾ ਚਾਹਾਂਗਾ ਕਿਉਂਕਿ ਤੁਸੀਂ ਇੱਕ ਪ੍ਰੋਫੈਸ਼ਨ ਦੇ ਨਾਲ ਜੁੜੇ ਹੋ। ਹੁਣ ਅੱਜ ਟ੍ਰੈਂਡ ਇਹ ਬਣ ਗਿਆ ਕਿ ਜਦੋਂ ਵੀ ਕਿਸੇ ਬੰਦੇ ਨੂੰ ਕੋਈ ਲੱਤ ਵੀ ਪੀੜ ਹੁੰਦੀ ਤਾਂ ਕਿਹਾ ਜਾਂਦਾ ਕੋਵਿਡ ਟੈਸਟ ਕਰਾਇਆ ਜਾਂਦਾ। ਕਿਆ ਤੁਸੀਂ ਵੀ ਇਸ ਤਰ੍ਹਾਂ ਦੀ ਸ਼ੁਰੂ ਕਰੋਗੇ ਚੀਜ਼? ਨਹੀਂ, ਸਾਡੇ ਹੁਣ ਵੀ ਪੇਸ਼ੈਂਟ ਇਸ ਵੇਲੇ ਦੇ ਤਕਰੀਬਨ 350-350 ਪੇਸ਼ੈਂਟ ਐਡਮਿਟਡ ਹੈ। ਸਾਡੇ ਟੈਸਟਿੰਗ ਸਿਰਫ ਉਹਨਾਂ ਦੀ ਹੋ ਰਹੀ ਹੈ ਜਿਹੜੇ ਸਸਪੈਕਟਡ ਨੇ, ਕਿਉਂਕਿ ਹਰ ਪੇਸ਼ੈਂਟ ਜਿਹਦੇ ਸਸਪੈਕਟਡ ਮਤਲਬ ਜਿਨ੍ਹਾਂ ਨੂੰ ਕੋਈ ਸਿੰਪਟਮਸ ਨੇ ਜਾਂ ਜਿਨ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੰਟੈਕਟ ਹਿਸਟਰੀ ਹੈ, ਉਹਨਾਂ ਦੀ ਪ੍ਰੋਪਰ ਹਿਸਟਰੀ ਲੈ ਕੇ ਐਜ਼ ਪਰ ICMR ਗਾਈਡਲਾਈਨਸ ਦੇ ਮੁਤਾਬਿਕ ਹੀ ਉਹਨਾਂ ਦੀਆਂ ਟੈਸਟਿੰਗ ਹੋ ਰਹੀਆਂ ਨੇ।
ਗਾਇਨਾਕੋਲੋਜੀਕਲ ਪੇਸ਼ੈਂਟ ਜਿੰਨੇ ਵੀ ਆ ਰਹੇ ਨੇ ਉਹ ਹਰ ਪੇਸ਼ੈਂਟ ਦੀ ਅਸੀਂ ਟੈਸਟਿੰਗ ਕਰਕੇ ਚੱਲ ਰਹੇ ਹਾਂ, ਪਰ ਜਿਹੜੇ ਨਾਰਮਲ ਪੇਸ਼ੈਂਟ ਨੇ ਉਹਨਾਂ ਦੀਆਂ ਟੈਸਟਿੰਗ ਨਹੀਂ ਹੋ ਰਹੀ। ਉਹਨਾਂ ਦੇ ਵਿੱਚੋਂ ਉਹੋ ਹੀ ਜਿਹਨਾਂ ਦੇ ਸਰਜੀਕਲ ਪ੍ਰੋਸੀਜਰਸ ਰਿਕੁਆਇਰਡ ਨੇ ਉਹਨਾਂ ਦੀਆਂ ਟੈਸਟਿੰਗ ਹੋ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਸੁਨੇਹਾ ਇਹੋ ਹੀ ਹੈ ਜੀ, ਜਿੰਨੀ ਮਦਦ ਵੱਧ ਤੋਂ ਵੱਧ ਕੀਤੀ ਜਾ ਸਕੇ, ਲੋਕ ਨੇ ਹੱਥੇ ਨੇ ਤੇ ਜਿੰਨੀ ਮਦਦ ਕੀਤੀ ਜਾ ਸਕੇ ਕਰਨੀ ਚਾਹੀਦੀ ਹੈ। ਸ਼ੁਕਰੀਆ ਜੀ। ਤੋ ਇਹ ਸੀ ਡਾਕਟਰ ਏ ਪੀ ਸਿੰਘ ਜਿਨ੍ਹਾਂ ਨਾਲ ਅਸੀਂ ਖਾਸ ਗੱਲਬਾਤ ਕੀਤੀ ਹੈ ਤੇ ਇੱਕ ਚੰਗਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ, ਜਿੱਥੇ ਕਿ ਹੁਣ ਉਹਨਾਂ ਵਾਸਤੇ ਪ੍ਰਾਈਵੇਟ ਹਸਪੀਟਲ ਵਾਂਗ ਇੱਕ ਆਪਣੇ ਹਸਪੀਟਲ ਨੂੰ ਡੈਡੀਕੇਟ ਕੀਤਾ ਗਿਆ ਹੈ, ਜਿਹਦੇ ਵਿੱਚ 50 ਤੋਂ ਵੱਧ ਬੈੱਡ ਦਿੱਤੇ ਗਏ ਨੇ, ਆਈਸੀਯੂ ਦਿੱਤੇ ਗਏ ਨੇ ਤੇ ਉਹਨਾਂ ਦਾ ਆਖਣਾ ਹੈ ਕਿ ਤਕਰੀਬਨ 1 ਲੱਖ ਰੁਪਏ ਹਫ਼ਤੇ ਦਾ ਜਿਹੜਾ ਖਰਚ ਆ ਰਿਹਾ ਹੈ ਉਹਦੇ ਵਿੱਚ ਅੱਧਾ ਪੈਸਾ ਸੰਸਥਾ ਵੱਲੋਂ ਦਿੱਤਾ ਜਾਏਗਾ ਤੇ ਅੱਧਾ ਪੈਸਾ ਪੇਸ਼ੈਂਟ ਕੋਲੋਂ ਲਿੱਤਾ ਜਾਏਗਾ। ਲੇਕਿਨ ਵੱਡਾ ਸਵਾਲ ਹੈ ਪੈਦਾ ਹੁੰਦਾ ਕਿ ਆਖਿਰਕਾਰ ਅਗਰ ਸੰਸਥਾਵਾਂ ਇਸ ਤਰ੍ਹਾਂ ਦੇ ਕੰਮ ਕਰ ਸਕਦੀਆਂ ਨੇ ਤੇ ਸਰਕਾਰਾਂ ਕਿਉਂ ਨਹੀਂ ਸਾਡੀ ਸਰਕਾਰਾਂ ਜਾਗਦੀਆਂ, ਸਾਡੀ ਸਰਕਾਰਾਂ ਐਸੇ ਆਰਡਰ ਕਿਉਂ ਨਹੀਂ ਪਾਸ ਕਰਦੀਆਂ ਜਿਹਦੇ ਨਾਲ ਕਿ ਪ੍ਰਾਈਵੇਟ ਹਸਪਤਾਲਾਂ ਤੇ ਵੀ ਨੱਥ ਕੱਸੀ ਜਾ ਸਕੇ। ਕਿਉਂਕਿ ਅੱਜ ਹਰ ਰੋਜ਼ ਮਾਮਲੇ ਆ ਰਹੇ ਕਿ ਲੋਕਾਂ ਕੋਲ 40,000 ਰੁਪਇਆ, ਕਿਸੇ ਕੋਲ 30,000 ਰੁਪਇਆ, ਕਿਸੇ ਕੋਲ 50,000 ਰੁਪਇਆ ਲਿਆ ਜਾ ਰਿਹਾ ਹੈ ਇੱਕ ਦਿਨ ਦਾ। ਲੇਕਿਨ ਇਸ ਤਰ੍ਹਾਂ ਦੇ ਪ੍ਰਯਾਸ ਜਿਹੜੇ ਨੇ ਚੰਗੇ ਨੇ, ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਲੁੱਟ ਖਸੁੱਟ ਜ਼ਰੂਰ ਘੱਟ ਹੋਏਗੀ, ਲੇਕਿਨ ਸਰਕਾਰ ਵੀ ਥੋੜ੍ਹੀ ਜਾਗੇ ਤੇ ਆਪਣੇ ਵੱਲੋਂ ਪ੍ਰਯਾਸ ਕਰੇ ਜਿਹਦੇ ਨਾਲ ਕਿ ਆਮ ਜਨਤਾ ਨੂੰ ਇਸ ਕਰੋਨਾ ਦੇ ਨਾਲ ਹੋ ਰਹੀ ਲੁੱਟ ਤੋਂ ਬਚਾਇਆ ਜਾ ਸਕੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।